ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜੇ ਆਉਣਗੇ। ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਜਿਹੜੇ ਵਾਲ ਸੀਗੇ ਮੇਰੇ ਮਾਤਾ ਪਿਤਾ ਨੇ ਉਹ ਕਟਿੰਗ ਕੀਤੇ ਹੋਏ ਸੀਗੇ ਸ਼ੁਰੂ ਤੋਂ ਹੀ। ਮੇਰੇ ਰੋਲ ਮਾਡਲ ਸੀਗੇ ਮੇਰੇ ਦਾਦਾ ਜੀ, ਤੇ ਜਿਨ੍ਹਾਂ ਨੇ ਮੈਨੂੰ ਇਸ ਸਿੱਖੀ ਜੀਵਨ ਦੀ ਦਾਤ ਦਿੱਤੀ ਹੈ। ਉਹਨਾਂ ਦਾ ਇੱਕੋ ਸੁਪਨਾ ਸੀਗਾ ਕਿ ਮੈਂ ਸਰਦਾਰ ਬਣਾ। ਉਹਨਾਂ ਨੇ ਬੜੇ ਵਧੀਆ ਜਿਹੇ ਲਾਲਚ ਦੇ ਕੇ ਮੈਨੂੰ ਸਿੱਖੀ ਵੱਲ ਤੋਰਿਆ। ਉਹਨਾਂ ਨੇ ਕਹਿਣਾ ਵੀ ਤੈਨੂੰ ਮਹੀਨੇ ਦਾ 500 ਰੁਪਏ ਦਿੱਤਾ ਜਾਊਗਾ ਤੇ ਤੂੰ ਬਸ ਗੁਰਦੁਆਰਾ ਸਾਹਿਬ ਜਾਣਾ, ਪਾਠ ਕਰਨਾ। ਤੇ ਮੈਂ ਗੁਰੂ ਘਰ ਜਾ ਕੇ ਸਿਰਫ ਪਾਠ ਕਰਨਾ ਹੁੰਦਾ ਸੀਗਾ। ਮੈਂ ਕਿਹਾ ਕਿੱਡੀ ਗੱਲ ਹੈ, ਪਾਠ ਕਰਨਾ ਜਾ ਕੇ ਕਰ ਲਾਂਗੇ। ਤੇ ਬਜ਼ੁਰਗਾਂ ਨੇ ਮੇਰੇ ਅੰਦਰੋਂ ਚਿਣਕ ਠਾਲਤੀ। ਨਿਤਨੇਮ ਦੀ ਇੰਨੀ ਪਾਵਰ ਸੀਗੀ, ਇੰਨੀ ਸ਼ਕਤੀ ਸੀ। ਗੁਰੂ ਸਾਹਿਬ ਨੇ ਮੈਨੂੰ ਉਸ ਚੀਜ਼ ਦੇ ਨਾਲ ਜੋੜ ਕੇ ਰੱਖਿਆ। ਜੁੜਨ ਦੇ ਨਾਲ ਹੌਲੀ ਹੌਲੀ ਮੇਰੇ ਮਨ 'ਚ ਖਿਆਲ ਆਇਆ ਕਿ ਮੇਰੇ ਬਜ਼ੁਰਗ ਮੇਰੇ ਲਈ ਇੰਨਾ ਕਰਦੇ ਨੇ, ਮੈਨੂੰ ਹਰ ਇੱਕ ਮੂੰਹ ਮੰਗੀ ਚੀਜ਼ ਦਿੰਦੇ ਨੇ, ਤੇ ਮੇਰਾ ਹੀ ਫਰਜ਼ ਬਣਦਾ। ਉਸ ਸਮੇਂ ਦਾ ਮੋੜ ਅਜਿਹਾ ਸੀਗਾ, ਜੇ ਮੈਂ ਚਾਹੁੰਦਾ ਉੱਥੇ ਮੇਰੇ ਨਾਲ ਅਜੇ ਕਈ ਦੋਸਤ ਮਿੱਤਰ ਸੀਗੇ ਜਿਹੜੇ ਪਤਤ ਪੁਣੇ 'ਚ ਸੀਗੇ, ਜਿਹੜੇ ਨੇ ਆਪਣੀ ਲਾਈਫ ਨੂੰ ਇੱਕ ਟਰਨਿੰਗ ਪੁਆਇੰਟ ਦੇਤਾ। ਠੀਕ ਹੈ ਨਾ, ਉਹ ਦੂਸਰੀ ਤਰਫ ਚਲੇ ਗਏ। ਮੈਂ ਆਪਣਾ ਇੱਕ ਵੱਖਰਾ ਜਿਹੜਾ ਸੀਗਾ ਰਾਹ ਚੁਣਿਆ। ਤੁਸੀਂ BCA ਕੀਤੀ ਹੋਈ ਆ, ਤੁਸੀਂ ਐਜ਼ ਅ ਪ੍ਰੋਫੈਸ਼ਨਲ ਦਸਤਾਰ ਕੋਚ ਹੀ ਕਿਉਂ ਬਣੇ? ਜੌਬ ਕਿਉਂ ਨਹੀਂ ਚੂਜ਼ ਕੀਤੀ? ਟਰਨਿੰਗ ਪੁਆਇੰਟ ਸੀਗਾ ਮੇਰੀ ਲਾਈਫ ਦਾ। ਉਹ ਮੇਰੇ ਗ੍ਰੈਂਡਫਾਦਰ ਸਾਹਿਬ ਦੀ ਡੈਥ ਸੀਗੀ, ਜਿਸ ਤੋਂ ਬਾਅਦ ਪੈਸੇ ਦੀ ਬਹੁਤ ਸ਼ਾਰਟੇਜ ਆ ਗਈ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਸੋਚ ਲਿਆ ਸੀਗਾ ਕਿ ਮੈਂ ਹੁਣ ਜਿਸ ਦਸਤਾਰ ਨੇ ਮੇਰੀ ਜ਼ਿੰਦਗੀ ਬਚਾਈ ਹੈ, ਜਿਸ ਦਸਤਾਰ ਨੇ ਮੈਨੂੰ ਇਸ ਲੀਹ 'ਤੇ ਲਾਇਆ, ਤੇ ਮੈਂ ਆਪਣੇ ਡ੍ਰੀਮ ਛੱਡ ਕੇ ਮੈਂ ਸਿਰਫ ਦਸਤਾਰ ਪ੍ਰਤੀ ਹੀ ਕੰਮ ਕਰਨਾ। ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜੇ ਆਉਣਗੇ। ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਅਕਸਰ ਅਸੀਂ ਸੁਣਦੇ ਹਾਂ, ਦੇਖਦੇ ਹਾਂ ਕਿ ਫਿਲਮਾਂ ਦੇ ਵਿੱਚ ਪੰਜਾਬ ਨੂੰ ਨਸ਼ੇੜੀ ਦਿਖਾਇਆ ਜਾਂਦਾ ਹੈ। ਕਿਹਾ ਜਾਂਦਾ ਕਿ ਪੰਜਾਬ ਦਾ ਨੌਜਵਾਨ ਤਾਂ ਕਿਸੇ ਕੰਮ ਦਾ ਨਹੀਂ ਰਿਹਾ, ਨਸ਼ੇੜੀ ਹੋ ਗਿਆ। ਪਰ ਇਹ ਅਸਲੀਅਤ ਨਹੀਂ, ਅਸਲੀਅਤ ਕੁਝ ਹੋਰ ਹੀ ਹੈ। ਅਲਾਮਤਾਂ ਹਰ ਸਮਾਜ ਦੇ ਵਿੱਚ ਹੁੰਦੀਆਂ ਨੇ। ਇਸ ਦਾ ਮਤਲਬ ਇਹ ਨਹੀਂ ਕਿ ਹਰ ਨੌਜਵਾਨ, ਹਰ ਪੰਜਾਬੀ ਨਸ਼ੇ ਕਰਦਾ। ਕੁਝ ਪੰਜਾਬੀ ਅਜਿਹੇ ਵੀ ਨੇ, ਨੌਜਵਾਨ ਅਜਿਹੇ ਵੀ ਨੇ ਜਿਹੜੇ ਪੰਜਾਬ ਦੇ ਮਾਣ ਮੱਤੇ ਇਤਿਹਾਸ ਨੂੰ ਦਰਸਾਉਂਦੇ ਨੇ, ਦੱਸਦੇ ਨੇ ਕਿ ਅਸੀਂ ਪੰਜਾਬੀ ਹਾਂ। ਇਸੇ ਤਰ੍ਹਾਂ ਦਾ ਨੌਜਵਾਨ ਦਸਤਾਰ ਕੋਚ ਕਮਲ ਸਾਡੇ ਨਾਲ ਹੈ, ਤਾਂ ਕਮਲ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਉਹਨਾਂ ਦਾ ਝੁਕਾਅ ਸਿੱਖੀ ਵੱਲ ਹੁੰਦਾ ਹੈ ਤੇ ਕਿਵੇਂ ਉਹ ਸਿੱਖ ਬਣਦੇ ਨੇ, ਇੱਕ ਪਤਿਤ ਤੋਂ ਗੁਰਸਿੱਖ ਵਾਲਾ ਜੀਵਨ ਕਿਵੇਂ ਅਪਣਾਉਂਦੇ ਨੇ। ਕਮਲ ਬਾਈ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਾਈ, ਜਿਵੇਂ ਮੈਂ ਗੱਲ ਕਰਦਾ ਸੀ, ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਪੰਜਾਬ ਤਾਂ ਨਸ਼ੇੜੀ ਹੋ ਗਿਆ, ਪੰਜਾਬ ਦਾ ਨੌਜਵਾਨ ਕਿਸੇ ਕੰਮ ਦਾ ਨਹੀਂ ਰਿਹਾ। ਤੁਸੀਂ ਵੀ ਪੰਜਾਬ ਦੇ ਹੀ ਵਸਿੰਦੇ ਹੋ ਅਤੇ ਤੁਸੀਂ ਮੁੜ ਸਿੱਖੀ ਵੱਲ ਆਏ ਹੋ। ਕਿਵੇਂ ਸਿੱਖੀ ਵੱਲ ਆਏ ਅਤੇ ਪਤਿਤ ਕਿਉਂ ਹੋਏ ਸੀ? ਰਾਜਵੀਰ ਸਿੰਘ ਜੀ, ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੇਰਾ ਸ਼ੁਰੂਆਤੀ ਦੌਰ ਸੀਗਾ, ਜਦੋਂ ਮੇਰਾ ਜਨਮ ਹੋਇਆ, ਮੇਰੇ ਪੇਰੈਂਟਸ ਨੇ, ਮੇਰੇ ਜਿਹੜੇ ਵਾਲ ਸੀਗੇ ਮੇਰੇ ਮਾਤਾ ਪਿਤਾ ਨੇ, ਉਹ ਕਟਿੰਗ ਕੀਤੇ ਹੋਏ ਸੀਗੇ ਸ਼ੁਰੂ ਤੋਂ ਹੀ। ਅਤੇ ਮੈਂ ਉਦੋਂ ਤੋਂ ਹੀ ਲੈ ਕੇ ਮਤਲਬ ਕਿ 12-13 ਸਾਲ ਤੱਕ ਦੀ ਜਿਹੜੀ ਉਮਰ ਸੀਗੀ, ਉਹਦੇ ਵਿੱਚ ਮੈਂ ਪਤਿਤ ਪੁਣੇ 'ਚ ਸੀਗਾ। ਮੈਨੂੰ ਸਿੱਖੀ ਦੀ ਨੌਲੇਜ ਨਹੀਂ ਸੀ, ਮੈਨੂੰ ਉਸ ਬਾਰੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਸੀ। ਅਤੇ ਮੇਰੇ ਬਜ਼ੁਰਗ, ਮੇਰੇ ਗ੍ਰੈਂਡਫਾਦਰ ਸਾਹਿਬ, ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਜੀ, ਜਿਨ੍ਹਾਂ ਨੇ ਮੈਨੂੰ ਸਿੱਖੀ ਬਾਰੇ ਪੂਰਨ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਮੈਨੂੰ ਗੁਰੂ ਘਰ ਦੇ ਨਾਲ ਜੋੜਿਆ, ਅਤੇ ਜਿਨ੍ਹਾਂ ਤੋਂ ਮੈਂ ਪ੍ਰੇਰਿਤ ਹੋ ਕੇ ਮੈਂ ਇਹ ਸਿੱਖੀ ਦੇ ਰੁਝਾਨ 'ਚ ਆ ਗਿਆ, ਸਿੱਖੀ ਵੱਲ ਆ ਗਿਆ। ਅਤੇ ਮੈਂ ਆਪਣੇ ਵਾਲ ਰੱਖਣੇ ਸ਼ੁਰੂ ਕੀਤੇ, ਨਿਤਨੇਮ ਸ਼ੁਰੂ ਕੀਤਾ, ਜਿਹਦੇ ਨਾਲ ਨਿਤਨੇਮ ਕਰਨ ਨਾਲ ਮੇਰੇ ਅੰਦਰ ਜਿਹੜੀ ਦ੍ਰਿੜਤਾ ਸੀਗੀ ਉਹ ਸਿੱਖੀ ਪ੍ਰਤੀ ਉਹ ਹੋਰ ਜ਼ਿਆਦਾ ਵੱਧਦੀ ਗਈ, ਜਿਹਦੇ ਕਰਕੇ ਮੈਂ ਦਸਤਾਰ ਦੇ ਵਿੱਚ ਵੀ ਦਸਤਾਰਧਾਰੀ ਵੀ ਹੋ ਗਿਆ। ਫਿਰ ਮੈਂ ਵਾਲ ਰੱਖਣੇ ਸ਼ੁਰੂ ਕੀਤੇ। 2008 ਦੇ ਵਿੱਚ ਮੈਂ ਵਾਲ ਰੱਖਣੇ ਸ਼ੁਰੂ ਕੀਤੇ ਸੀਗੇ। ਅਤੇ ਜਦੋਂ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ ਐਡਮਿਸ਼ਨ ਲਈ ਗ੍ਰੈਜੂਏਸ਼ਨ 'ਚ ਫਸਟ ਈਅਰ ਦੇ ਵਿੱਚ, ਉਦੋਂ ਮੈਂ ਪਹਿਲੀ ਵਾਰ ਦਸਤਾਰ ਸਜਾ ਕੇ ਮਾਤਾ ਗੁਜਰੀ ਕਾਲਜ ਗਿਆ ਸੀਗਾ। ਅਤੇ ਜਿੱਥੋਂ ਮੈਨੂੰ ਪ੍ਰੇਰਨਾ ਮਿਲੀ, ਉੱਥੇ ਕਿ ਹਰ ਇੱਕ ਜਿਹੜਾ ਸਟੂਡੈਂਟ ਹੈ ਜੋ ਸਰਦਾਰ ਹੈ, ਸਾਬਤ ਸੂਰਤ ਹੈ, ਜ਼ਿਆਦਾਤਰ ਉੱਥੇ ਬਹੁਤ ਸੋਹਣੀਆਂ ਦਸਤਾਰਾਂ ਜਿਹੜੀਆਂ ਦਸਤਾਰ ਸਜਾਉਂਦੇ ਆ ਲੋਕ। ਅਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਤੇ ਸਾਹਿਬਜ਼ਾਦਿਆਂ ਦੀ ਧਰਤੀ ਨੇ ਮੈਨੂੰ ਐਡਾ ਬੜਾ ਮਤਲਬ ਕਿ ਮੌਕਾ ਦਿੱਤਾ ਮੈਨੂੰ ਕਿ ਮੈਂ ਵਧੀਆ ਤੋਂ ਵਧੀਆ ਦਸਤਾਰ ਸਜਾਵਾਂ। ਮੇਰਾ ਪੜ੍ਹਾਈ ਵਿੱਚ ਰੁਝਾਨ ਤਾਂ ਸ਼ੁਰੂ ਤੋਂ ਹੀ ਬਹੁਤ ਵਧੀਆ ਸੀਗਾ, ਪਰ
ਮੇਰਾ ਮੇਨ ਮਕਸਦ ਸੀਗਾ ਜਿਹੜਾ ਕਿ ਉਹ ਦਸਤਾਰ ਸੋਹਣੀ ਸਜਾ ਕੇ ਜਾਣਾ ਚਾਹੀਦਾ, ਜਿਹਦੇ ਨਾਲ ਸਾਡਾ ਕੌਨਫੀਡੈਂਸ ਲੈਵਲ ਜਿਹੜਾ ਉਹ ਹਾਈ ਹੋ ਜਾਵੇ। ਤਾਂ ਬਈ ਕਿਤੇ ਨਾ ਕਿਤੇ ਤੁਸੀਂ ਦੱਸਿਆ ਵੀ ਮੈਂ ਕਾਲਜ ਦੇ ਵਿੱਚ ਜਾ ਕੇ ਦਸਤਾਰ ਸਜਾਉਣੀ ਸਿੱਖੀ, ਤਾਂ ਕਾਲਜ ਦੇ ਵਿੱਚ ਜਾ ਕੇ ਆਪਾਂ ਦੇਖਦੇ ਹਾਂ ਵੱਧ ਨੌਜਵਾਨ ਨੇ ਜਿਹੜੇ ਉਹ ਦਸਤਾਰਾਂ ਲਾ ਦਿੰਦੇ ਨੇ, ਕੇਸ ਕਤਲ ਕਰਾ ਦਿੰਦੇ ਨੇ। ਤੇ ਤੁਹਾਡਾ ਇਹ ਰੁਝਾਨ ਕਿਵੇਂ ਬਣਿਆ ਵੀ ਕਾਲਜ ਦੇ ਵਿੱਚ ਜਾ ਕੇ ਆਲੇ ਦੁਆਲੇ ਦੁਨੀਆ ਦੇਖਦੇ ਹੋ ਹੈ ਨਾ, ਤੇ ਇੱਕ ਵੇਗ ਵਗਦਾ ਉਹ ਤੋਂ ਉਲਟ ਤੁਸੀਂ ਜਾਣਾ, ਇਹ ਕਿਵੇਂ ਹੋਇਆ? ਰਾਜਵੀਰ ਜੀ, ਜਦੋਂ ਮੈਂ ਕਾਲਜ ਗਿਆ, ਪਹਿਲੀ ਤਾਂ ਜਦੋਂ ਆਪਾਂ ਮਾਤਾ ਗੁਜਰੀ ਕਾਲਜ ਦੇ ਵਿੱਚ ਜਾਂਦੇ ਹਾਂ, ਜਿਹਦੇ ਨਾਮ ਪਿੱਛੇ ਸਿੰਘ ਸਰਦਾਰ ਲੱਗਦਾ, ਸਿੰਘ ਲੱਗਦਾ ਹੈ, ਤੇ ਉਹਨੂੰ ਜਿਹੜੀ ਦਸਤਾਰ ਆ ਬੰਨਣੀ ਉਹ ਲਾਜ਼ਮੀ ਹੈ। ਇਸ ਲਈ ਦਸਤਾਰ ਸਾਰਿਆਂ ਨੂੰ ਬੰਨਣੀ ਓ ਪੈਂਦੀ ਹੈ ਉੱਥੇ। ਸੋ ਮੇਰਾ ਦਸਤਾਰ ਦਾ ਤਾਂ ਪਹਿਲਾਂ ਤੋਂ ਹੀ ਸ਼ੁਰੂਆਤੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰਾ ਰੁਝਾਨ ਬਣਿਆ ਹੋਇਆ ਸੀਗਾ, ਮੈਂ ਦਸਤਾਰ ਸਜਾਉਂਦਾ ਸੀਗਾ। ਤੇ ਉੱਥੇ ਜਾ ਕੇ ਮੇਰੇ ਜਿਹੜੇ ਦੋਸਤ ਮਿੱਤਰ ਸੀਗੇ ਉਹ ਮੈਨੂੰ ਵਧੀਆ ਇੱਕ ਕੰਪਨੀ ਮਿਲ ਗਈ। ਵਧੀਆ ਕੰਪਨੀ ਮਿਲਣ ਦੇ ਨਾਲ ਇੱਕ ਗੁਰੂ ਪੀਰਾਂ ਦੀ ਧਰਤੀ ਹੋਣ ਦੇ ਨਾਤੇ ਸਾਹਿਬਜ਼ਾਦਿਆਂ ਦੀ ਕਿਰਪਾ ਹੋਈ, ਮਾਤਾ ਗੁਜਰੀ ਜੀ ਦੀ ਕਿਰਪਾ ਹੋ ਗਈ, ਜਿਹਦੇ ਨਾਲ ਮੇਰਾ ਸਿੱਖੀ ਵੱਲ ਰੁਝਾਨ ਹੋਰ ਵੀ ਵੱਧ ਗਿਆ। ਤੇ ਮੈਂ ਵਧੀਆ ਦਸਤਾਰ ਤਾਂ ਸਜਾਉਂਦਾ ਹੀ ਸਜਾਉਂਦਾ ਸੀਗਾ, ਨਾਲ ਨਾਲ ਮੈਂ ਹੋਰ ਮੁੰਡਿਆਂ ਦੇ ਵੀ ਦਸਤਾਰ ਸਜਾਉਣ ਲੱਗ ਗਿਆ, ਜਿਹਦੇ ਨਾਲ ਮੇਰਾ ਰੁਝਾਨ ਇਸ ਵੱਲ ਵੱਧ ਗਿਆ। ਉਸ ਸਮੇਂ ਮੈਂ ਦੇਖਿਆ ਕਿ ਜਿਹੜੇ ਮੇਰੇ ਨਾਲ ਦੇ ਫਰੈਂਡ ਸਰਕਲ ਸੀਗਾ, ਮੇਰਾ ਦੋਸਤ ਮਿੱਤਰ ਸੀਗੇ, ਉਦੋਂ ਚਾਈਨੀਜ਼ ਕਟਿੰਗ ਦਾ ਬਹੁਤ ਜ਼ਿਆਦਾ ਰੁਝਾਨ ਸੀਗਾ। 2009 ਦੇ ਵਿੱਚ 9-10 ਦੇ ਵਿੱਚ ਬਹੁਤ ਲੋਕਾਂ ਨੇ ਜਿਹੜੇ ਸੀਗੇ ਉਹ ਬਾਲ ਕਟਾ ਕੇ ਬਾਲ ਖੜੇ ਕਰਨੇ ਸ਼ੁਰੂ ਕੀਤੇ ਤੇ ਜੈਲ ਜੁਲ ਜੀ ਲਾ ਕੇ ਉਹ ਬਹੁਤ ਰੁਝਾਨ ਚੱਲ ਗਿਆ ਸੀ। ਬਹੁਤ ਸਰਦਾਰਾਂ ਦੇ ਮੁੰਡਿਆਂ ਨੇ ਦਸਤਾਰ ਤਾਂ ਮਤਲਬ ਕਿ ਖਤਮ ਹੀ ਸਮਝ ਲਓ, ਐਦਾਂ ਵੀ ਇੱਦਾਂ ਰੁਝਾਨ ਬਣ ਗਿਆ ਸੀਗਾ ਕਿ 10 ਦੇ ਵਿੱਚੋਂ ਇੱਕ ਮੁੰਡਾ ਸਰਦਾਰ ਸੀਗਾ, 9 ਮੁੰਡੇ ਜਿਹੜੇ ਸੀਗੇ ਉਹ ਕਟਿੰਗ ਕਰਾਉਂਦੇ ਸੀਗੇ। ਤੇ ਉਦੋਂ ਮੇਰਾ ਰੁਝਾਨ ਵਧਿਆ ਕਿ ਉਦੋਂ ਮੈਂ ਦੇਖਿਆ ਕਿ ਇਹਨਾਂ ਨੂੰ ਦਸਤਾਰ ਸਿਖਾਈ ਜਾਵੇ, ਜਿਹਦੇ ਨਾਲ ਕੀ ਹੁੰਦਾ ਸੀਗਾ ਕਿ ਬੱਚਿਆਂ ਨੂੰ ਦਸਤਾਰ ਨਹੀਂ ਸੀ ਆਉਂਦੀ, ਜਿਹਦੇ ਕਰਕੇ ਉਹ ਦਸਤਾਰ ਉਹ ਨਾ ਕੇਸ ਕਤਲ ਕਰਾ ਦਿੰਦੇ ਸੀਗੇ। ਤੇ ਮੇਰਾ ਉਦੋਂ ਰੁਝਾਨ ਬਣਿਆ ਕਿ ਮੈਂ ਇਸ ਚੀਜ਼ ਨੂੰ ਵਧਾਵਾਂ, ਆਪਣੀ ਸਿੱਖੀ ਨੂੰ, ਆਪਣੀ ਦਸਤਾਰ ਨੂੰ। ਮੈਂ ਦੂਸਰੇ ਦੇ ਦਸਤਾਰ ਸਜਾਉਂਦਾ ਸੀਗਾ, ਉਹਨਾਂ ਦੀਆਂ ਜਿਹੜੀਆਂ ਗਲਤੀਆਂ ਸੀਗੀਆਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ ਕਿ ਐਦਾਂ ਆਪਾਂ ਨੇ ਹੈ ਨਾ ਦਸਤਾਰ ਸਜਾਉਣੀ ਹੈ। ਸਜਾਉਂਦੇ ਸਜਾਉਂਦੇ ਜਦੋਂ ਮੈਨੂੰ ਲੱਗਿਆ ਕਿ ਯਾਰ ਨਹੀਂ ਵੀ ਐਦਾਂ ਵੀ ਗੱਲ ਨਹੀਂ ਬਣ ਰਹੀ, ਫਿਰ ਮੈਂ ਐਜ਼ ਏ ਪ੍ਰੋਫੈਸ਼ਨਲ ਦਸਤਾਰ ਅਕੈਡਮੀ, ਜੋ ਕਿ ਮੈਂ ਆਪਣੇ ਗ੍ਰੈਂਡਫਾਦਰ ਸਾਹਿਬ ਮੇਰੇ ਦਾਦਾ ਜੀ ਦੇ ਨਾਮ ਤੇ ਖੋਲ੍ਹੀ ਹੈ, ਸਰਦਾਰ ਕਰਤਾਰ ਸਿੰਘ ਜੀ ਦਸਤਾਰ ਅਕੈਡਮੀ ਮੇਰੀ ਹੈ ਫਤਿਹਗੜ੍ਹ ਸਾਹਿਬ ਤੋਂ, ਮੈਂ ਉਹਨੂੰ ਰਨ ਕਰਦਾ ਸੀਗਾ। ਮੈਂ ਘਰ ਘਰ ਜਾ ਕੇ, ਪਿੰਡਾਂ 'ਚ ਜਾ ਕੇ, ਗੁਰਦੁਆਰਾ ਸਾਹਿਬ ਵਿੱਚ ਮੈਂ ਕੈਂਪ ਲਾਉਂਦਾ ਸੀਗਾ। ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਸੀਗੇ ਦਸਤਾਰਾਂ ਨਾਲ। ਫਿਰ ਜਦੋਂ ਮੈਂ ਇੱਦਾਂ ਕਰਦਾ ਸੀਗਾ ਉੱਦਾਂ ਫਿਰ ਮੈਨੂੰ ਦੋਸਤ ਮਿੱਤਰ ਮਿਲਣ ਲੱਗ ਗਏ, ਦੋਸਤ ਮੇਰੇ ਨਾਲ ਕਈ ਮੇਰੇ ਦਸਤਾਰ ਕੋਚ ਵੀਰ ਨੇ ਇੱਥੋਂ, ਜਿਹੜੇ ਕਿ ਸਾਰੇ ਅਸੀਂ ਰਲ ਕੇ ਫਿਰ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀ। ਫਤਿਹਗੜ੍ਹ ਸਾਹਿਬ ਵਿੱਚ ਇੱਕ ਕੈਂਪ ਕਰਵਾਇਆ, 3 ਦਿਨਾਂ ਦਸਤਾਰ ਸਿਖਲਾਈ ਕੈਂਪ ਹੋਇਆ। ਉਹ ਤੋਂ ਬਾਅਦ ਫਿਰ ਆਪਾਂ ਨੇ ਦਸਤਾਰ ਮੁਕਾਬਲੇ ਕਰਾਏ, ਜਿਹਦੇ ਨਾਲ ਬੱਚਿਆਂ ਦੇ ਵਿੱਚ ਰੁਝਾਨ ਪੈਦਾ ਹੋ ਗਿਆ ਤੇ ਹੌਲੀ ਹੌਲੀ ਇੱਥੇ ਸਾਰੇ ਜਿਹੜੇ ਹੈਗੇ ਆ ਉਹ ਦਸਤਾਰਧਾਰੀ ਹੋਣ ਲੱਗੇ। ਤੁਸੀਂ ਦੱਸ ਵੀ ਰਹੇ ਸੀ ਵੀ IAS IPS ਦਾ ਮੈਂ ਕਰ ਰਿਹਾ ਸੀ ਤਿਆਰੀ, ਉਹ ਕਾਹਤੇ ਛੱਡਤੀ? ਰਾਜਵੀਰ ਜੀ, ਮੈਂ 2013 ਦੇ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ ਹੈ। ਮੈਂ ਮਾਤਾ ਗੁਜਰੀ ਕਾਲਜ ਤੋਂ BCA ਕੀਤੀ ਹੈ, ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ। ਤੇ ਉਹ ਤੋਂ ਬਾਅਦ ਮੇਰਾ ਰੁਝਾਨ ਸੀਗਾ, ਜੋ ਮੇਰੇ ਦਿਮਾਗ 'ਚ ਸੀਗਾ, ਮੈਂ IAS PCS ਦੀ ਤਿਆਰੀ ਕਰਨੀ ਸੀ, ਮੈਂ ਅਫਸਰ ਦੀ ਜਿਹੜੀ ਤਿਆਰੀ ਕਰਨੀ ਸੀ। ਮੇਰੇ ਬਜ਼ੁਰਗਾਂ ਦਾ ਵੀ ਡ੍ਰੀਮ ਸੀਗਾ ਕਿ ਮੈਂ ਇੱਕ ਅਫਸਰ ਬਣਾ, ਤੇ ਮੇਰੇ ਪਰਿਵਾਰ 'ਚ ਸਾਰੇ ਐਜੂਕੇਟਡ ਨੇ, ਸਾਰੇ ਵੈਲ ਐਜੂਕੇਟਡ ਤੇ ਗਸਟਡ ਆਫਿਸਰ ਨੇ ਸਾਰੇ, ਤੇ ਮੇਰਾ ਵੀ ਰੁਝਾਨ ਉਸ ਵੱਲ ਸੀਗਾ। ਮੈਂ ਵੀ ਉਹਨਾਂ ਤੋਂ ਪ੍ਰੇਰਿਤ ਸੀਗਾ ਕਿ ਮੇਰੇ ਪਰਿਵਾਰ 'ਚ ਸਾਰੇ ਪੜ੍ਹੇ ਲਿਖੇ ਨੇ। ਮੈਂ IAS PCS ਦੀ ਕੋਚਿੰਗ ਲੈਣ ਲੱਗਿਆ ਪੰਜਾਬ ਯੂਨੀਵਰਸਿਟੀ, ਤੇ ਉੱਥੇ 2 ਦਿਨ ਸੈਟਰਡੇ ਸੰਡੇ ਕਲਾਸ ਲੱਗਦੀ ਹੈ। ਤੇ ਉਹ ਮੈਂ ਤਕਰੀਬਨ ਉਹ ਗੋਲ ਨੂੰ ਅਚੀਵ ਕਰ ਲਿਆ ਸੀਗਾ। ਤੇ ਜਿਹਦੇ ਨਾਲ ਕੀ ਹੋਇਆ, ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ। ਮੇਰੇ ਫਾਦਰ ਸਾਹਿਬ ਦਾ ਮਰਡਰ ਹੋ ਗਿਆ ਸੀ। ਉਹ ਤੋਂ 1 ਸਾਲ ਬਾਅਦ ਮੇਰੇ ਗ੍ਰੈਂਡਫਾਦਰ ਸਾਹਿਬ, ਜੋ ਕਿ ਮੇਰੇ ਰਹਿਨੁਮਾ ਸੀਗੇ, ਜਿਨ੍ਹਾਂ ਨੇ ਮੇਰੇ ਲਈ ਸਭ ਕੁਝ ਕੀਤਾ, ਮੇਰੀ ਜ਼ਿੰਦਗੀ ਨੂੰ ਇੱਕ ਪਲੇਟਫਾਰਮ ਦਿੱਤਾ ਪੜ੍ਹਾਈ ਦਾ, ਮੇਰੇ ਰੋਲ ਮਾਡਲ ਸੀਗੇ ਮੇਰੇ ਦਾਦਾ ਜੀ, ਤੇ ਜਿਨ੍ਹਾਂ ਨੇ ਮੈਨੂੰ ਇਸ ਸਿੱਖੀ ਜੀਵਨ ਦੀ ਦਾਤ ਦਿੱਤੀ ਹੈ। ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਇਸ ਵੱਲ ਤੋਰਿਆ। ਉਹਨਾਂ ਨੇ ਬੜੇ ਵਧੀਆ ਜਿਹੇ ਲਾਲਚ ਦੇ ਕੇ ਮੈਨੂੰ ਸਿੱਖੀ ਵੱਲ ਤੋਰਿਆ। ਮੈਨੂੰ ਪੈਸੇ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਹਿਣਾ ਵੀ ਤੈਨੂੰ ਮਹੀਨੇ ਦਾ 500 ਰੁਪਏ ਦਿੱਤਾ ਜਾਊਗਾ ਤੇ ਤੂੰ ਬਸ ਗੁਰਦੁਆਰਾ ਸਾਹਿਬ ਜਾਣਾ, ਪਾਠ ਕਰਨਾ। ਮਤਲਬ ਕਿ ਉਹਨਾਂ ਨੇ ਮੈਨੂੰ ਸਿੱਖੀ ਦੀ ਲੇਹ ਤੇ ਲਾਇਆ। ਮੈਂ ਗੁਰੂ ਘਰ ਜਾਂਦਾ ਸੀ, ਬੱਚਾ ਸੀਗਾ, ਲਾਲਚਵਾਸੀ, ਤੇ ਮੈਂ ਪੈਸੇ ਦੇ ਚੱਕਰ 'ਚ ਮੈਂ ਗੁਰੂ ਘਰ ਜਾਣਾ। ਤੇ ਤੁਹਾਡੇ ਦਾਦਾ ਜੀ ਨੇ ਲਾਲਚ ਦਿੱਤਾ ਗੁਰੂ ਘਰ ਜਾਣ? ਹਾਂਜੀ ਹਾਂ। ਤੇ ਉਹਨਾਂ ਨੂੰ ਸੀ ਕਿ ਬੱਚੇ ਨੂੰ ਪੈਸੇ ਦਾ ਲਾਲਚ ਹੁੰਦਾ, ਇਹਨੂੰ ਆਪਾਂ ਗੁਰੂ ਘਰ ਨਾਲ ਜੋੜਨ ਲਈ ਉਹਨਾਂ ਨੇ ਮੈਨੂੰ ਪੈਸੇ ਦੇਣੇ। ਤੇ ਉਸ ਟਾਈਮ 500 ਰੁਪਏ ਬਹੁਤ ਵੱਡੀ ਚੀਜ਼ ਹੁੰਦੀ ਸੀ। ਉਹ ਮੈਨੂੰ 500 ਰੁਪਏ ਦਿੰਦੇ ਹੁੰਦੇ ਸੀਗੇ ਤੇ ਮੈਂ ਖਰਚ ਵੀ ਨਹੀਂ ਸੀ ਪਾਉਂਦਾ ਇੰਨੇ ਪੈਸਿਆਂ ਨੂੰ, ਮੇਰੇ ਕੋਲ ਪੈਸੇ ਬਚ ਜਾਂਦੇ ਸੀ। ਤੇ ਮੈਂ ਗੁਰੂ ਘਰ ਜਾ ਕੇ ਸਿਰਫ ਪਾਠ ਕਰਨਾ ਹੁੰਦਾ ਸੀਗਾ। ਮੈਂ ਕਿੱਡੀ ਗੱਲ ਹੈ, ਪਾਠ ਕਰਨਾ ਜਾ ਕੇ ਕਰ ਲਾਂਗੇ। ਤੇ ਬਜ਼ੁਰਗਾਂ ਨੇ ਮੇਰੇ ਅੰਦਰ ਉਹ ਚਿਣਕ ਠਾਲਤੀ। ਪਾਠ ਕਰਨਾ, ਨਿਤਨੇਮ ਕਰਨ ਨਾਲ, ਨਿਤਨੇਮ ਦੀ ਇੰਨੀ ਪਾਵਰ ਸੀਗੀ, ਇੰਨੀ ਸ਼ਕਤੀ ਸੀ ਕਿ ਗੁਰੂ ਸਾਹਿਬ ਨੇ ਮੈਨੂੰ ਉਸ ਚੀਜ਼ ਦੇ ਨਾਲ ਜੋੜ ਕੇ ਰੱਖਿਆ। ਜੁੜਨ ਦੇ ਨਾਲ ਹੌਲੀ ਹੌਲੀ ਮੇਰੇ ਮਨ 'ਚ ਖਿਆਲ ਆਇਆ ਕਿ ਮੇਰੇ ਬਜ਼ੁਰਗ ਮੇਰੇ ਲਈ ਇੰਨਾ ਕਰਦੇ ਨੇ, ਮੈਨੂੰ ਹਰ ਇੱਕ ਮੂੰਹ ਮੰਗੀ ਚੀਜ਼ ਦਿੰਦੇ ਨੇ, ਤੇ ਮੇਰਾ ਵੀ ਫਰਜ਼ ਬਣਦਾ। ਉਹਨਾਂ ਦਾ ਇੱਕੋ ਸੁਪਨਾ ਸੀਗਾ ਕਿ ਮੈਂ ਸਰਦਾਰ ਬਣਾ, ਕਿ ਮੇਰੇ ਜਿਹੜਾ ਪੁੱਤ ਆਏ ਉਹ ਸਰਦਾਰ ਬਣੇ, ਕਿਉਂਕਿ ਮੇਰੇ ਪਰਿਵਾਰ 'ਚ ਜਿਹੜੇ 2 ਬ੍ਰਦਰ ਸੀਗੇ ਮੇਰੇ, ਉਹ ਕਟਿੰਗ ਸੀਗੇ ਦੋਨੇ। ਤੁਹਾਡੇ, ਜੇ ਮੈਂ ਪੁੱਛਾਂ, ਟੋਕਦਾ ਤੁਹਾਡੀ ਗੱਲ ਮੈਂ,
ਇਹ ਮਾਤਾ ਪਿਤਾ ਨੇ ਕਟਾਏ ਸੀ ਵਾਲ, ਜੇ ਤੁਹਾਡੇ ਦਾਦਾ ਜੀ ਨੂੰ ਸੀਗਾ ਵੀ ਮੇਰਾ ਪੋਤਾ ਸਰਦਾਰ ਬਣੇ? ਨਹੀਂ, ਮੇਰੇ ਮਾਤਾ ਪਿਤਾ ਨੇ ਹੀ ਜਿਹੜੇ ਸੀਗੇ ਉਹ ਵਾਲ ਕਟਾਏ ਹੋਏ ਸੀਗੇ ਸ਼ੁਰੂ ਤੋਂ ਹੀ, ਠੀਕ ਹੈ। ਤੇ ਉਹਨਾਂ ਨੇ ਸੀ ਰੱਖੇ ਹੋਏ। ਤੇ ਮੇਰੇ ਗ੍ਰੈਂਡਫਾਦਰ ਸਾਹਿਬ, ਮੇਰੇ ਦਾਦਾ ਜੀ ਨੇ ਮੈਨੂੰ ਮਤਲਬ ਕਿ ਸਿੱਖੀ ਵੱਲ ਤੋਰਿਆ, ਮੇਰੇ ਵਾਲ ਰਖਾਏ। ਉਹਨਾਂ ਦਾ ਇਹ ਡ੍ਰੀਮ ਸੀਗਾ ਕਿ ਮੈਂ ਸਰਦਾਰ ਬਣਾ, ਤੇ ਉਹਨਾਂ ਦੇ ਡ੍ਰੀਮ ਨੂੰ ਪੂਰਾ ਕਰਨ ਲਈ ਮੈਨੂੰ ਐ ਸੀ ਕਿ ਮੇਰੇ ਬਜ਼ੁਰਗ ਮੇਰੇ ਲਈ ਇੰਨਾ ਕਰਦੇ ਨੇ, ਮੈਂ ਉਹਨਾਂ ਲਈ ਵਾਲ ਤਾਂ ਰੱਖੇ ਸਕਦਾ। ਨਿਤਨੇਮ ਮੈਂ ਕਰਦਾ ਸੀਗਾ, ਵਾਲ ਮੈਂ ਰੱਖ ਲਏ ਸੀਗੇ, ਜਿਹਦੇ ਨਾਲ ਫਿਰ ਮੈਂ ਜਦੋਂ ਕਾਲਜ ਗਿਆ ਮੇਰੇ ਵਧੀਆ ਦੋਸਤ ਮਿੱਤਰ ਬਣ ਗਏ। ਜਿੱਦਾਂ ਦੇ ਤੁਸੀਂ ਸਰੂਪ 'ਚ ਚਲੇ ਜਾਂਦੇ ਉੱਦਾਂ ਤੁਹਾਨੂੰ ਦੋਸਤ ਮਿੱਤਰ ਮਿਲ ਜਾਂਦੇ ਨੇ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਦਸਤਾਰਧਾਰੀ ਸੀਗੇ ਤੇ ਅੰਮ੍ਰਿਤਧਾਰੀ ਸੀਗੇ, ਜਿਹਦੇ ਨਾਲ ਮੇਰਾ ਰੁਝਾਨ ਹੋਰ ਵੀ ਜ਼ਿਆਦਾ ਵੱਧ ਗਿਆ ਸਿੱਖੀ ਵੱਲ। ਫਿਰ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਅੰਮ੍ਰਿਤ ਤੁਸੀਂ ਆਪਣੀ ਮਰਜ਼ੀ ਨਾਲ ਛਕਣਾ, ਜਦੋਂ ਤੁਹਾਡੇ ਅੰਦਰਲੀ ਆਵਾਜ਼ ਤੁਹਾਨੂੰ ਕਹੇ। ਸਰਦਾਰ ਬਣਨਾ ਇੱਕ ਵੱਖਰੀ ਗੱਲ ਹੈ, ਇੱਕ ਸਿੱਖੀ ਦਾ ਸਰੂਪ ਧਾਰਨ ਕਰਨਾ ਇੱਕ ਵੱਖਰੀ ਗੱਲ ਹੈ। ਇਸ ਕਰਕੇ ਉਹ ਕਹਿੰਦੇ ਸੀ ਪਹਿਲਾਂ ਤੂੰ ਨਿਤਨੇਮ 'ਚ ਪੱਕਾ ਹੋ ਜਾ। ਹੁਣ ਅਸੀਂ ਨਿਤਨੇਮ 'ਚ ਪਹਿਲਾਂ ਪੱਕੇ ਹੁੰਦੇ ਹਾਂ, 6 ਮਹੀਨੇ ਦੀ ਰਹਿਤ ਹੁੰਦੀ ਹੈ, ਉਹ ਤੋਂ ਬਾਅਦ ਜਾ ਕੇ ਅਸੀਂ ਸਿੱਖੀ ਧਾਰਨ ਕਰਦੇ ਹਾਂ। ਮੈਂ ਸ਼ੁਰੂਆਤੀ ਦੌਰ ਦੇ ਵਿੱਚ ਇਹੋ ਜਿਹੇ ਸਟੈਪ 'ਤੇ ਚੜ੍ਹ ਗਿਆ ਸੀ, ਜਦੋਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀਗਾ, ਟਰਨਿੰਗ ਪੁਆਇੰਟ ਸੀਗਾ ਲਾਈਫ ਦਾ, ਉਦੋਂ ਮੈਂ ਸਿੱਖੀ ਧਾਰਨ ਕੀਤੀ ਸੀਗੀ, ਉਦੋਂ ਮੈਂ ਅੰਮ੍ਰਿਤਧਾਰੀ ਹੋਇਆ ਸੀ। ਜਿੱਥੋਂ ਬੱਚੇ ਵਿਗੜਦੇ ਨੇ ਉੱਥੋਂ ਤੁਸੀਂ ਸਿੱਖੀ ਧਾਰਨ ਕੀਤੀ ਹੈ। ਜੀ ਬਿਲਕੁਲ, ਉਹ ਸਮਾਂ ਹੀ ਅਜਿਹਾ ਸੀਗਾ, ਉਹ ਸਮੇਂ ਦਾ ਮੋੜ ਅਜਿਹਾ ਸੀਗਾ, ਜੇ ਮੈਂ ਚਾਹੁੰਦਾ ਉੱਥੇ ਮੇਰੇ ਨਾਲ ਅਜਿਹੇ ਕਈ ਦੋਸਤ ਮਿੱਤਰ ਸੀਗੇ ਜਿਹੜੇ ਪਤਤ ਪੁਣੇ 'ਚ ਸੀਗੇ, ਜਿਹੜੇ ਨੇ ਆਪਣੀ ਲਾਈਫ ਨੂੰ ਇੱਕ ਟਰਨਿੰਗ ਪੁਆਇੰਟ ਦੇਤਾ। ਠੀਕ ਹੈ ਨਾ, ਉਹ ਦੂਸਰੀ ਤਰਫ ਚਲੇ ਗਏ, ਮੈਂ ਆਪਣਾ ਇੱਕ ਵੱਖਰਾ ਜਿਹੜਾ ਸੀਗਾ ਰਾਹ ਚੁਣਿਆ। ਉਸ ਸਮੇਂ ਦਸਤਾਰ ਨੂੰ ਧਾਰਨ ਕੀਤਾ ਤੇ ਦਸਤਾਰ ਦਾ ਪਸਾਰ ਕੀਤਾ। ਤੁਸੀਂ BCA ਕੀਤੀ ਹੋਈ ਆ, ਤੁਸੀਂ ਐਜ਼ ਅ ਪ੍ਰੋਫੈਸ਼ਨਲ ਦਸਤਾਰ ਕੋਚ ਹੀ ਕਿਉਂ ਬਣੇ, ਜੌਬ ਕਿਉਂ ਨਹੀਂ ਚੂਜ਼ ਕੀਤੀ? ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮੇਰੀ ਜਿਹੜੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਸੀਗਾ ਮੇਰੀ ਲਾਈਫ ਦਾ, ਉਹ ਮੇਰੇ ਗ੍ਰੈਂਡਫਾਦਰ ਸਾਹਿਬ ਦੀ ਡੈਥ ਸੀਗੀ, ਜਿਸ ਤੋਂ ਬਾਅਦ ਪੈਸੇ ਦੀ ਬਹੁਤ ਸ਼ਾਰਟੇਜ ਹੈਗੀ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ। ਐਜ਼ ਏ ਪ੍ਰੋਫੈਸ਼ਨਲ ਮੈਂ ਦਸਤਾਰ ਕੋਚ ਸੀਗਾ ਤੇ ਮੈਂ ਆਪਣੀ ਅਕੈਡਮੀ ਰਨ ਕਰਦਾ ਸੀ, ਜਿਸ ਤੋਂ ਬਾਅਦ ਮੇਰੇ ਕੋਲ ਜਿਹੜੇ ਸੋਰਸ ਆਫ ਇਨਕਮ ਸੀਗੇ ਉਹ ਖਤਮ ਹੋ ਗਏ ਸੀ ਬਿਲਕੁਲ ਤਕਰੀਬਨ। ਫਿਰ ਮੈਂ ਐਜ਼ ਏ ਦਸਤਾਰ ਕੋਚ ਜਿਹੜੀ ਭੇਟਾ ਲੈਣੀ ਸ਼ੁਰੂ ਕੀਤੀ, ਜਿਹੜੀ ਆਪਾਂ ਦਸਤਾਰ ਸਿਖਲਾਈ ਕਰ ਦਿੰਦੇ ਹਾਂ, ਤੇ ਭੇਟਾ ਲੈਣ ਨਾਲ ਮੇਰਾ ਥੋੜ੍ਹਾ ਬਹੁਤਾ ਜਿਹੜਾ ਖਰਚਾ ਸੀਗਾ ਉਹ ਵੀ ਨਿਕਲਣ ਲੱਗ ਗਿਆ। ਉਹ ਤੋਂ ਬਾਅਦ ਮੈਂ ਸੋਚ ਲਿਆ ਸੀਗਾ ਕਿ ਮੈਂ ਹੁਣ ਜਿਸ ਦਸਤਾਰ ਨੇ ਮੇਰੀ ਜ਼ਿੰਦਗੀ ਬਚਾਈ ਹੈ, ਜਿਸ ਦਸਤਾਰ ਨੇ ਮੈਨੂੰ ਇਸ ਲੀਹ 'ਤੇ ਲਾਇਆ, ਤੇ ਮੈਂ ਆਪਣੇ ਡ੍ਰੀਮ ਛੱਡ ਕੇ ਮੈਂ ਸਿਰਫ ਦਸਤਾਰ ਪ੍ਰਤੀ ਹੀ ਕੰਮ ਕਰਨਾ। ਮੈਂ ਹੁਣ ਦਸਤਾਰ ਦੀ ਅਕੈਡਮੀ ਖੋਲ੍ਹੀ ਹੈ, ਐਜ਼ ਏ ਪ੍ਰੋਫੈਸ਼ਨਲ ਮੈਂ ਦਸਤਾਰ ਕੋਚ ਫਤਿਹਗੜ੍ਹ ਸਾਹਿਬ ਤੋਂ ਅਕੈਡਮੀ ਰਨ ਕਰਦਾ। ਔਰ ਮੇਰੀ ਜ਼ਿੰਦਗੀ ਦਾ ਡ੍ਰੀਮ ਹੈ, ਮੈਂ ਜੌਬ ਨਹੀਂ ਹੁਣ ਕਰਨਾ ਚਾਹੁੰਦਾ। ਹੁਣ ਮੈਂ ਚਾਹੁੰਦਾ ਕਿ ਮੈਂ ਬਸ ਸਿੱਖੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ, ਆਪਣੀ ਦਸਤਾਰ ਪ੍ਰਤੀ ਐਜ਼ ਏ ਪ੍ਰੋਫੈਸ਼ਨਲ ਦਸਤਾਰ ਕੋਚ ਆਪਣਾ ਕੈਰੀਅਰ ਜਿਹੜਾ ਹੈਗਾ ਉਹ ਰਨ ਕਰਨਾ ਅੱਗੇ, ਨਾਲ ਨਾਲ ਸਿੱਖੀ ਤੇ ਨਾਲ ਨਾਲ ਆਪਾਂ ਨੇ ਐਜ਼ ਏ ਦਸਤਾਰ ਕੋਚ ਪ੍ਰੋਫੈਸ਼ਨਲ ਵੀ ਬਣਨਾ। ਹਾਂਜੀ। ਤੇ ਬਾਈ ਜਿੱਦਾਂ ਤੁਸੀਂ ਵਧੀਆ ਗੱਲ ਕਹੀ ਆ, ਪ੍ਰੋਫੈਸ਼ਨਲ ਦਸਤਾਰ ਕੋਚ ਬਣਨਾ। ਅੱਜ ਕੱਲ੍ਹ ਇੱਕ ਮਸਲਾ ਚੱਲਿਆ ਹੋਇਆ ਧਰਮ ਪਰਿਵਰਤਨ ਦਾ, ਕਾਫੀ ਗੱਲਾਂ ਚੱਲਦੀਆਂ ਨੇ, ਪੈਸੇ ਦੇ ਕੇ ਧਰਮ ਪਰਿਵਰਤਨ ਹੁੰਦੇ ਨੇ ਜਾਂ ਕਿਵੇਂ ਹੁੰਦੇ ਨੇ। ਨੌਜਵਾਨ ਨੇ ਜਿਹੜੇ ਆਮ ਲੋਕ ਨੇ, ਜਿਹੜੇ ਆਪਣੇ ਸਿੱਖੀ ਤੋਂ ਦੂਰ ਹੋ ਰਹੇ ਨੇ ਜਾਂ ਧਰਮ ਤੋਂ ਦੂਰ ਹੋ ਰਹੇ ਨੇ, ਪੈਸੇ ਲੈ ਕੇ ਧਰਮ ਦਾ ਤਬਾਦਲਾ ਕੀਤਾ ਜਾਂਦਾ। ਤਾਂ ਉਸ ਵਾਸਤੇ ਕੀ ਉਪਰਾਲੇ ਤੁਸੀਂ ਕਰ ਰਹੇ ਹੋ, ਜਾਂ ਕੀ ਉਪਰਾਲੇ ਹੋਣੇ ਚਾਹੀਦੇ ਨੇ, ਕੀ ਸੁਧਾਰ ਹੋਣੇ ਚਾਹੀਦੇ ਨੇ, ਕਿੱਥੇ ਕਮੀਆਂ ਨੇ? ਰਾਜਵੀਰ ਸਿੰਘ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਸਭ ਤੋਂ ਵੱਡੀ ਕਮੀ ਹੈਗੀ ਹੈ ਨਾ ਸਾਡੀ, ਉਹ ਸਾਡੇ ਵਿੱਚ ਜਿਹੜਾ ਗੈਪ ਹੈਗਾ, ਜਨਰੇਸ਼ਨ ਗੈਪ ਹੈ ਨਾ ਜਿਹੜਾ, ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਅਸੀਂ ਉੱਠਣਾ ਬੈਠਣਾ ਛੱਡਤਾ। ਅਸੀਂ ਘਰਾਂ ਦੇ ਵਿੱਚ ਦੇਖ ਲਿਆ ਕਿ ਜਿੰਨੇ ਜੀ ਆ ਉਨੇ ਕਮਰੇ ਆ ਸਾਡੇ ਦੇ ਕੋਲ, ਤੇ ਅਸੀਂ ਬਜ਼ੁਰਗਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ, ਉਹ ਕਮਿਊਨੀਕੇਸ਼ਨ ਜਿਹੜੀ ਸਾਡੀ ਉਹ ਟੁੱਟ ਗਈ ਹੈ। ਜਨਰੇਸ਼ਨ ਗੈਪ ਨੇ ਸਾਡੇ ਅੰਦਰ ਜਿਹੜਾ ਹੈ ਉਹ ਸਾਨੂੰ ਖਤਮ ਕਰਤਾ। ਮੇਰਾ ਜੋ ਰੁਝਾਨ ਸੀਗਾ, ਮੈਂ ਤੁਹਾਨੂੰ ਦੱਸਿਆ ਕਿ ਮੇਰੇ ਬਜ਼ੁਰਗਾਂ ਦੇ ਨਾਲ ਅਟੈਚਮੈਂਟ ਸੀਗੀ, ਉਹ ਅਟੈਚਮੈਂਟ ਨੇ ਮੈਨੂੰ ਇਸ ਸਿੱਖੀ ਵੱਲ ਲੈ ਕੇ ਆਂਦਾ। ਜਿਹੜੀ ਅੱਜ ਦੀ ਜਨਰੇਸ਼ਨ 'ਚ ਸਭ ਤੋਂ ਵੱਡੀ ਕਮੀ ਇਹੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਇੱਕ ਤਾਂ ਸਤਿਕਾਰ ਘੱਟ ਗਿਆ, ਦੂਜਾ ਅਸੀਂ ਉਹਨਾਂ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਹੈ, ਗੱਲਬਾਤ ਹੈ, ਉਹ ਅਸੀਂ ਤਕਰੀਬਨ ਬੰਦ ਕਰਤੀ ਹੈ। ਜਿਹੜਾ ਫੋਨ ਹੈ ਉਹਦੀ ਅਸੀਂ ਦੁਰਵਰਤੋਂ ਥੋੜ੍ਹੀ ਜ਼ਿਆਦਾ ਕਰਤੀ, ਜਿਹਦੇ ਨਾਲ ਕੀ ਹੋ ਗਿਆ, ਹਰ ਟਾਈਮ ਅਸੀਂ ਫੋਨ ਦੇ ਵਿੱਚ ਬਿਜ਼ੀ ਰਹਿੰਦੇ ਹਾਂ, ਜਦਕਿ ਸਾਨੂੰ ਆਪਣੇ ਬਜ਼ੁਰਗਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਭ ਤੋਂ ਵੱਡਾ ਐਕਸਪੀਰੀਅੰਸ ਜਿਹੜਾ ਹੁੰਦਾ ਲਾਈਫ ਦਾ, ਉਹ ਤੁਹਾਡੇ ਬਜ਼ੁਰਗਾਂ ਦੇ ਕੋਲ ਹੁੰਦਾ। ਸੋ ਸਿੱਖੀ ਵੱਲ ਜਿਨ੍ਹਾਂ ਨੇ ਜੋੜਨਾ ਸੀਗਾ, ਉਹਨਾਂ ਦੇ ਨਾਲ ਤਾਂ ਅਸੀਂ ਬਿਲਕੁਲ ਤਕਰੀਬਨ ਅਸੀਂ ਸਾਰਾ ਕੁਝ ਛੱਡਤਾ। ਸੋ ਸਾਨੂੰ ਜਿਹੜੀ ਅੱਜ ਜ਼ਿੰਦਗੀ ਦੀ ਜ਼ਿਆਦਾ ਲੋੜ ਹੈ, ਉਹ ਇਸ ਚੀਜ਼ ਦੀ ਲੋੜ ਹੈ ਕਿ ਆਪਣੇ ਬਜ਼ੁਰਗਾਂ ਦੇ ਨਾਲ ਜੁੜਨਾ। ਦੂਜਾ, ਸਿੱਖੀ ਅਦਾਰਿਆਂ ਦੇ ਨਾਲ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਉਹ ਕੀ ਕਰਦੀਆਂ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜਿਹੜਾ ਪ੍ਰਚਾਰ ਦਾ ਅਤੇ ਪ੍ਰਸਾਰ ਦਾ। ਅਸੀਂ ਆਪਣੇ ਵੱਲੋਂ ਪੂਰਾ ਪ੍ਰਚਾਰ ਕਰਦੇ ਹਾਂ, ਅਸੀਂ ਸਿਰਫ ਦਸਤਾਰ ਨਹੀਂ ਸਿਖਾਉਂਦੇ, ਅਸੀਂ ਉਹਨਾਂ ਨੂੰ ਸਿੱਖੀ ਬਾਰੇ, ਨਿਤਨੇਮ ਬਾਰੇ ਅਸੀਂ ਪੂਰਨ ਤੌਰ 'ਤੇ ਜਾਣਕਾਰੀ ਦਿੰਦੇ ਹਾਂ। ਪਰ ਜਿਹੜੇ ਸਾਡੇ ਅਦਾਰੇ ਨੇ, ਇਹਨਾਂ ਨੂੰ ਵੀ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ। ਜਿਵੇਂ ਤੁਸੀਂ ਆਪਣੇ ਅਦਾਰਿਆਂ ਦੇ ਵਿੱਚ ਇਤਿਹਾਸਕ ਜਿਹੜੇ ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਤੁਸੀਂ ਇੱਕ ਗੱਤਕਾ ਕੋਚ ਰੱਖੋ, ਇੱਕ ਦਸਤਾਰ ਕੋਚ ਰੱਖੋ, ਠੀਕ ਹੈ ਜੀ। ਇੱਕ ਬੱਚਿਆਂ ਨੂੰ ਗੁਰਬਾਣੀ ਸਿਖਾਉਣ ਵਾਸਤੇ ਜਿਹੜੇ ਹੈਗੇ ਆ ਪਾਠੀ ਸਰ, ਜਿਹੜੇ ਸਿੰਘ ਰੱਖਣੇ ਚਾਹੀਦੇ ਨੇ, ਜਿਹਦੇ ਨਾਲ ਕੀ ਹੈ, ਜਿਹੜਾ ਵੀ ਬੰਦਾ ਆ ਕੇ ਉੱਥੇ ਸੰਥਿਆ ਲੈ ਸਕਦਾ, ਗੁਰਬਾਣੀ ਦੀ, ਦਸਤਾਰ ਦੀ ਸਿਖਲਾਈ ਲੈ ਸਕਦਾ, ਗੱਤਕੇ ਦੀ ਸਿਖਲਾਈ ਲੈ ਸਕਦਾ। ਜਿਹੜੇ ਇਤਿਹਾਸਕ ਗੁਰਦੁਆਰੇ ਇਹਨਾਂ ਦੇ ਵਿੱਚ, ਇਹਨਾਂ ਵਾਸਤੇ ਵੀ ਕੋਈ ਨਾ ਕੋਈ ਉਪਰਾਲਾ ਹੋਣਾ ਚਾਹੀਦਾ। ਨਾਲ ਤਾਂ ਜਿਹੜੇ ਸਾਡੇ ਨੌਜਵਾਨ ਬੇਰੁਜ਼ਗਾਰ ਨੇ, ਉਹਨਾਂ ਨੂੰ ਰੁਜ਼ਗਾਰ ਮਿਲ ਜੂਗਾ,
ਦੂਜਾ ਸਿੱਖੀ ਦਾ ਪ੍ਰਸਾਰ। ਇਹੀ ਲੋਕ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ 'ਚ ਜਾ ਕੇ ਸਿੱਖੀ ਦਾ ਪ੍ਰਸਾਰ ਕਰਨਗੇ। ਇਹਨਾਂ ਨੂੰ ਐਜ਼ ਏ ਦਸਾਰ ਕੁਛ ਤੁਸੀਂ ਐਜ਼ ਏ ਡਿਊਟੀ ਦਵੋਗੇ ਤਾਂ ਸਿੱਖੀ ਦਾ ਪ੍ਰਸਾਰ ਹੋਊਗਾ। ਸਾਡੇ ਕੋਲ ਪ੍ਰਚਾਰਕ ਬਹੁਤ ਨੇ, ਪ੍ਰਚਾਰਕ ਆਪਣਾ ਰੋਲ ਨਿਭਾ ਰਹੇ ਨੇ, ਪਰ ਜੇ ਕੋਈ ਪ੍ਰਚਾਰਕਾਂ ਨੂੰ ਸੁਣਨਾ ਚਾਹੂਗਾ, ਜਿਹੜੀ ਨੌਜਵਾਨ ਪਤਿਤ ਪੁਣੇ ਤੋਂ ਉੱਠ ਗਏ, ਉਹਨਾਂ ਦੇ ਵਿੱਚ ਜਾਣਾ ਪੈਣਾ ਸਾਨੂੰ। ਉਹਨਾਂ ਨੇ ਚੱਲ ਕੇ ਸਾਡੇ ਕੋਲ ਨਹੀਂ ਆਉਣਾ, ਸਾਨੂੰ ਉਹਨਾਂ ਦੇ ਕੋਲ ਚੱਲ ਕੇ ਜਾਣਾ ਪੈਣਾ। ਅਦਾਰਿਆਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਆਪਣੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਆਪਣੇ ਅਦਾਰਿਆਂ ਤੋਂ ਬਾਹਰ ਕੱਢ ਕੇ ਪਿੰਡ ਪਿੰਡ, ਸ਼ਹਿਰ ਸ਼ਹਿਰ ਪ੍ਰਚਾਰ ਕਰਨ ਲਈ ਭੇਜੋ, ਤਾਂ ਕਿ ਸਾਡੀ ਸਿੱਖੀ ਦਾ ਜਿਹੜਾ ਅਣਮੁੱਲਾ ਇਤਿਹਾਸ ਹੈ, ਜਿਹਨੂੰ ਜੇ ਅਸੀਂ ਸੁਣਾਉਣ ਲੱਗ ਜਾਈਏ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਸਾਲਾਂ ਹੀ ਲੱਗ ਜਾਣ। ਐਡਾ ਵੱਡਾ ਮਾਣਮੱਤਾ ਇਤਿਹਾਸ ਹੈ ਸਾਡਾ, ਤੇ ਉਹਦੇ ਬਾਰੇ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਕਰਦੇ ਲੋਕਾਂ ਨੂੰ, ਬੱਚਿਆਂ ਨੂੰ ਦੱਸਦੇ ਨਹੀਂ ਕਿ ਸਾਡੇ ਇਤਿਹਾਸ ਦੇ ਵਿੱਚ ਸਾਹਿਬਜ਼ਾਦਿਆਂ ਨੇ ਕਿੱਡੀ ਬੜੀ ਸ਼ਹੀਦੀ ਦਿੱਤੀ ਆ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਨੇ ਸਾਡੇ ਲਈ, ਉਹਨਾਂ ਦੀ ਜਦੋਂ ਤੱਕ ਬੱਚਿਆਂ ਦੇ ਅੰਦਰ ਚਿਣਗ ਨਹੀਂ ਪੈਦਾ ਕਰਦੇ, ਉਦੋਂ ਤੱਕ ਅਸੀਂ ਸਿੱਖੀ ਦਾ ਪ੍ਰਸਾਰ ਨਹੀਂ ਕਰ ਸਕਦੇ। ਪਤਿਤ ਪੁਣੇ ਨੂੰ ਤੇ ਧਰਮ ਪਰਿਵਰਤਨ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਵਧਾ ਦਿਓ। ਸਿੱਖੀ ਦੇ ਪ੍ਰਚਾਰ ਨਾਲ ਆਪਦੇ ਬਜ਼ੁਰਗਾਂ ਨਾਲ ਜੋੜਨਾ ਦੱਸੋ, ਸਤਿਕਾਰ ਕਰਨਾ ਦੱਸੋ। ਜਦੋਂ ਅਸੀਂ ਆਪਣੇ ਘਰ 'ਚ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੂੰਗੇ ਤਾਂ ਹੀ ਅਸੀਂ ਜਾ ਕੇ ਸਿੱਖੀ ਦੀ ਬਾਰੇ ਜਾਣਕਾਰੀ ਲੈ ਸਕਦੇ ਹਾਂ, ਕਿਉਂਕਿ ਅਨਮੋਲ ਖਜ਼ਾਨਾ ਜਿਹੜਾ ਹੈਗਾ ਸਾਡੇ ਗੱਲ ਕਰਾਂ, ਤੁਹਾਡੀ ਗੱਲ ਕੱਟਦਾ ਮੈਂ। ਸਿੱਖੀ ਦਾ ਪ੍ਰਚਾਰ ਤਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਕਹਿੰਦੀਆਂ ਅਸੀਂ ਸਿੱਖੀ ਦਾ ਪ੍ਰਚਾਰ ਤਾਂ ਬਹੁਤ ਕਰ ਰਹੇ ਹਾਂ, ਪ੍ਰਚਾਰਕ ਬਹੁਤ ਨੇ, ਰਾਗੀ ਢਾਡੀ ਬਹੁਤ ਨੇ, ਥਾਂ ਥਾਂ ਜਿਹੜੇ ਆਪਣੇ ਸਮਾਗਮ ਹੋ ਰਹੇ ਨੇ, ਤਾਂ ਸਿੱਖੀ ਦਾ ਪ੍ਰਚਾਰ ਹੋ ਕਿਉਂ ਨਹੀਂ ਰਿਹਾ? ਜਿਹੜਾ ਸਾਡੀ ਤੁਹਾਨੂੰ ਦੱਸ ਰਿਹਾ ਨਾ ਵੀ ਜਿਹੜੀ ਸਾਡੀ ਜਨਰੇਸ਼ਨ ਹੈ, ਇਹ ਜਨਰੇਸ਼ਨ ਗੈਪ ਪੈ ਗਿਆ। ਜਨਰੇਸ਼ਨ ਗੈਪ ਕਰਕੇ ਹੀ ਬੱਚੇ ਸਾਡੇ ਸਿੱਖੀ ਦੇ ਨਾਲ ਨਹੀਂ ਜੁੜ ਰਹੇ। ਸਾਨੂੰ ਮੈਦਾਨ 'ਚ ਉਤਰਨਾ ਪੈਣਾ। ਅਸੀਂ ਸਿਰਫ ਐਜ਼ ਏ ਇੱਕ ਸਮਾਗਮ ਕਰਾ ਕੇ, ਉੱਥੇ ਕੀਰਤਨ ਦਰਬਾਰ ਕਰਾ ਕੇ, ਉੱਥੇ ਕਥਾਵਾਚਕ ਲਾ ਕੇ ਸਿਰਫ ਇਸ ਚੀਜ਼ 'ਤੇ ਸੀਮਿਤ ਨਹੀਂ ਰਹਿ ਸਕਦੇ। ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ, ਉਹਨਾਂ ਨੂੰ SGPC ਨੂੰ ਅੱਧਾ ਹਿੱਸਾ ਆਪਣੇ ਅੰਦਰ ਰੱਖਣਾ ਚਾਹੀਦਾ, ਕੰਟਰੋਲ 'ਚ ਰੱਖਣਾ ਚਾਹੀਦਾ, ਜਿਹਦੇ ਨਾਲ ਕੀ ਹੈ ਉੱਥੇ ਜਿਹੜਾ ਗ੍ਰੰਥੀ ਸਿੰਘ ਆ ਉਹਦਾ ਵੀ ਜਿਹੜਾ ਹੈਗਾ ਜੀਵਨ ਪੱਧਰ ਉੱਚਾ ਹੋ ਜਾਵੇ। ਉਹਨਾਂ ਨੂੰ ਅੱਧੀ ਤਨਖਾਹ ਆਪਣੇ ਅਦਾਰੇ ਦੇ ਵਿੱਚੋਂ ਉਹਨਾਂ ਨੂੰ ਦੇਣੀ ਚਾਹੀਦੀ ਹੈ, ਠੀਕ ਹੈ, ਜਿਹਦੇ ਨਾਲ ਕੀ ਹੈ ਉਹ ਸਿੱਖੀ ਨੂੰ ਵਧਾ ਸਕੇ। ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੇ ਹੀ ਅੱਗੇ ਪ੍ਰਸਾਰ ਕਰਨਾ ਹੈ, ਉਹਨਾਂ ਨੇ ਚੰਗੀ ਤਰ੍ਹਾਂ ਸਿੱਖੀ ਦਾ ਬੂਟਾ ਲਾਉਣਾ। ਜੇ ਉਹ ਸੰਥਿਆ ਦੇਣਗੇ ਚੰਗੀ ਤਰੀਕੇ ਨਾਲ, ਬੱਚਿਆਂ ਨੂੰ ਗੁਰਬਾਣੀ ਬਾਰੇ ਜਾਣਕਾਰੀ ਦੇਣਗੇ, ਸਿੱਖੀ ਬਾਰੇ ਜਾਣਕਾਰੀ ਦੇਣਗੇ, ਤਾਂ ਹੀ ਇਹ ਬੂਟਾ ਜਿਹੜਾ ਹੈ ਇਹ ਫਲੂਗਾ ਤੇ ਵਧੂਗਾ। ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਜਿਹੜਾ ਸਤਿਕਾਰ ਆ ਬਣਦਾ, ਉਹ SGPC ਆਪਣੇ ਵੱਲੋਂ ਅੱਧਾ ਕਰੇ। ਅਸੀਂ ਇਹੀ ਚਾਹੁੰਦੇ ਹਾਂ, ਅੱਧੀ ਗੁਰਦੁਆਰੇ ਦੀ ਕਮੇਟੀ ਜਿਹੜੀ ਹੈਗੀ ਹੈ ਉਹ ਦੇਵੇ, ਤੇ ਵੱਧ ਚੜ੍ਹ ਕੇ ਉਹ ਆਪਣਾ ਯੋਗਦਾਨ ਪਾ ਸਕਣ, ਤਾਂ ਇਹ ਪਸਾਰੇ ਜਿਹੜੇ ਹੈਗੇ ਪਸਾਰ ਹੈ ਇਹ ਸਿੱਖੀ ਦਾ ਤਾਂ ਹੋ ਸਕਦਾ। ਹਾਂਜੀ, ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਜਿਹੜੇ ਤੁਹਾਡੀ ਉਮਰ ਦੇ ਨੇ ਜਾਂ ਮੇਰੀ ਉਮਰ ਦੇ ਨੇ ਜਾਂ ਬੱਚੇ ਨੇ ਜਿਹੜੇ? ਵਾਹਿਗੁਰੂ, ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਆਪਣੇ ਬਜ਼ੁਰਗਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ। ਜਿਨ੍ਹਾਂ ਦੇ ਬਜ਼ੁਰਗ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਕਿ ਉਹ ਕੀ ਮਹਿਸੂਸ ਕਰਦੇ ਨੇ ਅੱਜ ਜ਼ਿੰਦਗੀ ਦੇ ਵਿੱਚ, ਕਿੰਨਾ ਇਕੱਲਾਪਨ ਮਹਿਸੂਸ ਕਰਦੇ ਨੇ। ਜਿਹੜੇ ਮਾਂ-ਬਾਪ ਹੁੰਦੇ ਨੇ ਉਹ ਬੋੜ ਹੁੰਦੇ ਆ, ਸ਼ਾਹ ਹੁੰਦੇ ਆ, ਜਿਹੜੇ ਬਜ਼ੁਰਗ ਹੁੰਦੇ ਆ ਉਹ ਬੋੜ ਹੁੰਦੇ ਨੇ, ਉਹਨਾਂ ਦੇ ਨਾਲ ਹੀ ਜਿਹੜੇ ਬੱਚੇ ਅੱਗੇ ਆ ਉਹ ਪਸਾਰ ਕਰਦੇ ਆ। ਅਸੀਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਘਾਟਾ ਇਹ ਖਾ ਲਿਆ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਟੁੱਟ ਗਏ। ਅਸੀਂ ਜ਼ਿਆਦਾਤਰ ਫੋਨ ਨੂੰ ਪ੍ਰੈਫਰੈਂਸ ਦਿੱਤੀ, ਜਿਹਦੇ ਕਰਕੇ ਸਾਡਾ ਜਿਹੜਾ ਜਨਰੇਸ਼ਨ ਗੈਪ ਵੱਧ ਗਿਆ, ਔਰ ਸਿੱਖੀ ਤੋਂ ਅਸੀਂ ਪਤਪੁਣੇ ਵੱਲ ਜਾ ਰਹੇ ਹਾਂ। ਧਰਮ ਪਰਿਵਰਤਨ ਵੀ ਇੱਕ ਉਹਦਾ ਹੀ ਹਿੱਸਾ, ਕਿਉਂਕਿ ਸਾਡੇ ਦੇ ਵਿੱਚ ਜਿਹੜੇ ਬਜ਼ੁਰਗਾਂ ਦੇ ਨਾਲ ਅਟੈਚਮੈਂਟ ਸੀਗੀ ਉਹ ਰਹੀ ਨਹੀਂ। ਦੂਸਰੇ ਧਰਮ ਕੀ ਕਰਦੇ ਨੇ, ਉਹ ਕਿਸੇ ਲਈ ਕੋਈ ਧਰਮ ਕਿਸੇ ਦਾ ਪਰਿਵਰਤਨ ਨਹੀਂ ਕਰਵਾਉਂਦਾ ਹੁੰਦਾ। ਇਹ ਕੁਛ ਅਜਿਹੇ ਲੋਕ ਨੇ ਜਿਹੜੇ ਕਿ ਬਸ ਆਪਣੇ ਮਗਰ ਲਾਉਣਾ ਚਾਹੁੰਦੇ ਨੇ ਬੰਦਿਆਂ ਨੂੰ। ਕੋਈ ਧਰਮ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਕੋਈ ਧਰਮ ਕਿਸੇ ਨੂੰ ਖਿੱਚਦਾ ਨਹੀਂ ਆਪਣੇ ਵੱਲ। ਕੋਈ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਧਰਮ ਪਰਿਵਰਤਨ ਕਰਕੇ ਇੱਧਰ ਆ ਜਾਓ। ਜਿਵੇਂ ਤੁਸੀਂ ਕੀ ਇਸਲਾਮ ਧਰਮ ਹੈ, ਇਸਲਾਮ ਦੇ ਵਿੱਚ ਇਸਲਾਮ ਨੇ ਕਦੇ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਨ੍ਹਾਂ ਨੇ ਕੀਤੀ ਹੈ ਤੁਸੀਂ ਉਹਨਾਂ ਦਾ ਹਾਲ ਇਤਿਹਾਸ ਦੇ ਵਿੱਚ ਪੜ੍ਹ ਚੁੱਕੇ ਹੋ ਵੀ ਕੀ ਹਾਲ ਹੋਇਆ ਉਹਨਾਂ ਦਾ। ਤੇ ਸਾਰੇ ਧਰਮ ਸਤਿਕਾਰਯੋਗ ਨੇ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਔਰ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦੇ ਨਾਲ ਬੈਠਿਆ ਕਰੋ, ਸਿੱਖੀ ਸਿਧਾਂਤਾਂ ਦੀ ਗੱਲ, ਗੁਰਬਾਣੀ ਦੀ ਗੱਲ। ਔਰ ਸਾਰੇ ਨੌਜਵਾਨਾਂ ਨੂੰ ਇੱਕ ਮੇਰੀ ਬੇਨਤੀ ਹੈ ਵੀ ਨਿਤਨੇਮ ਜ਼ਰੂਰ ਕਰਿਆ ਕਰੋ। ਨਿਤਨੇਮ ਦੇ ਵਿੱਚ ਬਹੁਤ ਪਾਵਰ ਹੈ। ਤੁਸੀਂ ਜਿਹੜੀ ਚੀਜ਼ ਨਹੀਂ ਵੀ ਚਾਹੁੰਦੇ, ਗੁਰੂ ਸਾਹਿਬ ਆਪਣੀ ਆਪਣੀ ਕਿਰਪਾ ਨਾਲ ਕਰ ਦਿੰਦੇ ਨੇ। ਸਿੱਖੀ ਵੱਲ ਰੁਝਾਨ ਤਦੇ ਵਧੂਗਾ ਜਦੋਂ ਤੱਕ ਤੁਸੀਂ ਨਿਤਨੇਮ ਨਹੀਂ ਕਰਦੇ। ਨਿਤਨੇਮ ਕਰੋਗੇ ਤਾਂ ਸਿੱਖੀ ਤੁਹਾਡੇ ਆਪਣੇ ਉੱਪਰ, ਤੁਹਾਡੇ ਸਰੀਰ ਦੇ ਉੱਤੇ ਹੜਾਈ ਜਾਊਗੀ। ਤੁਹਾਨੂੰ ਪਤਾ ਲੱਗ ਜਾਊਗਾ ਕਿ ਜ਼ਿੰਦਗੀ ਦੇ ਵਿੱਚ ਅਸਲ ਸਿੱਖ ਕੌਣ ਹੁੰਦਾ। ਤਾਂ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਕਮਲ ਬਾਈ। ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਪੰਜਾਬ ਪ੍ਰੋ ਟੀਮ ਦਾ ਜਿਹੜਾ ਸਭ ਤੋਂ ਵੱਧ ਧੰਨਵਾਦ ਹੈ, ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਆਪਣੀ ਜ਼ਿੰਦਗੀ ਦਾ ਜੋ ਵਾਰਤਾਲਾਪ ਉਹ ਲੋਕਾਂ ਦੇ ਨਾਲ ਸਾਂਝੀ ਕਰ ਸਕੀਏ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀ ਬਾਈ ਹਰਕਮਲ ਸਿੰਘ, ਜਿਹੜੇ ਮੁੜ ਸਿੱਖੀ ਵੱਲ ਆਏ ਨੇ। ਪਹਿਲਾਂ ਪਤਿਤ ਸੀ ਤੇ ਹੁਣ ਸਿੱਖ ਨੇ। ਇਕੱਲੇ ਆਪ ਹੀ ਸਿੱਖ ਨਹੀਂ, ਨੌਜਵਾਨਾਂ ਨੂੰ ਵੀ ਪ੍ਰੇਰਨਾ ਦਿੰਦੇ ਨੇ, ਦਸਤਾਰਾਂ ਸਿਖਾਉਂਦੇ ਨੇ
ਤੇ ਦਸਤਾਰਾਂ ਦਾ ਪ੍ਰਚਾਰ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ। ਦੇਸ਼ ਦੇ ਵਿੱਚ ਹਰ ਥਾਂ ਤੇ ਇਹਨਾਂ ਨੇ ਦਸਤਾਰ ਕੈਂਪ ਲਾਏ ਤੇ ਨੌਜਵਾਨਾਂ ਨੂੰ ਦਸਤਾਰਾਂ ਸਿਖਾਈਆਂ, ਸਿੱਖੀ ਵੱਲ ਮੁੜ ਆਉਣ ਦੀ ਪ੍ਰੇਰਨਾ ਦਿੰਦੇ ਨੇ। ਕੈਮਰਾ ਪਰਸਨ ਧਰਮਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।